Hello and welcome to today's online session. We have started with microeconomics yesterday. We were doing the first chapter, that is Introduction to Microeconomics. Till now we have done difference between micro and macroeconomics, the two branches of economics. Today we are going to study it further. So economic ਜਾਂ economy ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਇਕਨੋਮਿਕਸ ਦੀਆਂ ਪ੍ਰੋਬਲਮਸ ਉਹਨੂੰ ਅਸੀਂ ਦੋ ਐਸਪੈਕਟਸ ਜਾਂ ਦੋ ਐਂਗਲਸ ਨਾਲ ਦੇਖਦੇ ਹਾਂ. One is known as positive economics, another is known as normative economics. Because ਜਿਹੜੇ ਪੁਰਾਣੇ ਇਕੋਨੋਮਿਸਟ ਸੀ ਰੌਬਿਨਸ ਉਹਨਾਂ ਦੇ ਅਕੋਰਡਿੰਗਲੀ economics is a science of only positive economics because resources scarce ਨੇ ਉਹਨੂੰ ਯੂਟਿਲਾਈਜ਼ ਕਰਕੇ ਅਸੀਂ ਆਪਣੀਆਂ ਨੀਡਸ ਫੁਲਫਿਲ ਕਰਦੀਆਂ ਨੇ. But with the modern economy, with the changes time in the economy, नए economists from Keynes ने उन्हें क्या नहीं economy is not about only positive economics, it is also about normative economics. एक जुड़े दो aspect में economic problem ਨੂੰ देखਣ ਦੇ what is the difference between the two? Positive economics stands for those economic problem ਜਿਹੜੀਆਂ state ਕਰਦੀਆਂ ਨੇ ਕਿ economic problem ਕੀ ਹੈ ਤੇ ਕਿੱਦਾਂ solve ਹੋ. That means what is the economic problem and how it was solved. ਜਾਂ economic problems ਕਿਹੜੀਆਂ ਨੇ ਤੇ ਇਹ ਕਿੱਦਾਂ solve ਹੋਈ ਹੈ. That is what positive economics is, which is a statement. It's a given statement. This statement can be verified with facts and figures. ਜਿਹਨੂੰ ਤੁਸੀਂ pronounce ਕਰ ਸਕਦੇ ਹੋ ਕਿ ਹਾਂਜੀ ਇਹ ਚੀਜ਼ ਹੈ, ਇਹ ਇਸ ਤਰ੍ਹਾਂ ਹੋਈ ਔਰ ਇਹਦੇ ਇਸ ਤਰ੍ਹਾਂ solve ਹੋਈ ਹੈ. ਉਹ ਹੋ ਵੀ ਗਈ ਹੈ ਸੋਲਵ ਤਾਂ ਵੀ ਉਹ ਪੋਜ਼ੀਟਿਵ ਇਕਨੋਮਿਕ ਦਾ ਪਾਰਟ ਹੋਏਗਾ ਔਰ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਫੈਕਟ ਫਿਗਰਸ ਨਾਲ ਇਹਨੂੰ ਵੈਰੀਫਾਈ ਕਰ ਸਕਦੇ ਹੋ ਇਹ ਚੀਜ਼ ਕੀ ਸੀ. ਇਹ ਜਿਹੜੀ ਹੈ ਇਹਦੇ ਵਿੱਚ ਕੋਈ ਸੁਜੈਸ਼ਨਸ ਨਹੀਂ ਹੈ, ਕੋਈ ਵੈਲਿਊ ਜਜਮੈਂਟ ਨਹੀਂ ਹੈ, ਕੋਈ ਕਿਸੇ ਇਕੋਨੋਮਿਸਟ ਦੀ ਓਪੀਨੀਅਨ ਨਹੀਂ ਹੈ. ਜਿਵੇਂ ਕਿ ਰਿਸੋਰਸਸ ਸਕਾਰਸ ਨੇ, ਯੈਸ ਦੇ ਆਰ ਸਕਾਰਸ. 70% ਅਰਥ ਤੇ ਪਾਣੀ ਹੈ ਪਰ ਜਿਹੜਾ ਡਰਿੰਕਿੰਗ ਵਾਟਰ ਹੈ ਉਹਦੀ ਸ਼ਾਰਟੇਜ ਹੈ. These are the problem as it is. लेकिन इन्हें जो अगर कोई सॉल्व हो गई तो फिर भी वो पॉजिटिव इकोनॉमिक्स का पार्ट बनेगी. इस तरह जी इसको ऑपोजिट है दैट इज नोन एज नॉर्मेटिव इकोनॉमिक्स. नॉर्मेटिव इकोनॉमिक्स उसे इकोनॉमिक प्रॉब्लम या वो ਜਿਹੜੀਆਂ ਹੋਰ इकोनॉमिक प्रॉब्लम्स ने वो कितना सॉल्व हो सकती है, हाउ दे शुड बी सॉल्व और हाउ दे शुड ऑट टू बी. ਅਸੀਂ ਇਹਦੇ ਵਿੱਚ ਵਰਡ ਯੂਜ਼ ਕਰਦੇ ਹਾਂ ਹਾਊ ਦ ਇਕਨੋਮਿਕ ਪ੍ਰੋਬਲਮ ਸ਼ੁੱਡ ਬੀ ਔਟ ਟੂ ਬੀ ਕਿ ਉਹ ਕਿੱਦਾਂ ਚੇਂਜ ਹੋ ਸਕਦੀ, ਕਿੱਦਾਂ ਸੋਲਵ ਹੋ ਸਕਦੀ ਹੈ. ਦੈਟ ਕਮਸ ਅੰਡਰ ਦ ਨੋਰਮੇਟਿਵ ਇਕਨੋਮਿਕਸ. ਇਹਦੇ ਲਈ ਤੁਸੀਂ ਕੋਈ ਫੈਕਟ ਫਿਗਰ ਨਹੀਂ ਹੈ, ਇਹ ਓਪੀਨੀਅਨਸ ਨੇ. ਹਰ ਇਕੋਨੋਮਿਸਟ ਆਪਣਾ ਵਿਊ ਪੁਆਇੰਟ ਦੇ ਰਿਹਾ ਕਿ ਇਹ ਪ੍ਰੋਬਲਮ ਹੈ, ਇਹਨੂੰ ਅਸੀਂ ਇਸ ਤਰ੍ਹਾਂ ਸੌਰਟ ਆਊਟ ਕਰ ਸਕਦੇ ਹਾਂ ਜਾਂ ਇਹ ਇਸ ਤਰ੍ਹਾਂ ਸੋਲਵ ਹੋ ਸਕਦੀ ਹੈ. ਸੋ ਜਿੱਥੇ ਫੈਕਟ ਐਂਡ ਫਿਗਰ ਨਹੀਂ ਹੋਣਗੇ ਉਹ ਸਾਰੀਆਂ ਓਪੀਨੀਅਨਸ ਕ੍ਰੀਏਟ ਹੋਣਗੀਆਂ ਬਿਕਾਜ਼ ਉਹ ਕੋਈ ਪਰਮਾਨੈਂਟ ਉਹਦਾ ਆਨਸਰ ਨਹੀਂ ਹੈ, ਉਹਦਾ ਰਿਜ਼ਲਟ ਕਲੀਅਰ ਨਹੀਂ. ਫੈਕਟ ਐਂਡ ਫਿਗਰ ਨੂੰ ਤੁਸੀਂ ਵੈਰੀਫਾਈ ਕਰ ਸਕਦੇ ਹੋ ਫਰੋਮ ਐਨੀ ਬੁੱਕ, ਫਰੋਮ ਐਨੀ ਡਾਟਾ, ਫਰੋਮ ਐਨੀਥਿੰਗ. ਪਰ ਜਿਹੜੀਆਂ ਓਪੀਨੀਅਨਸ ਨੇ ਦੈਟ ਕੈਨੋਟ ਬੀ ਵੈਰੀਫਾਈਡ ਬਿਕਾਜ਼ ਉਹ ਜੱਜਮੈਂਟ ਪਾਸ ਕਰ ਰਹੀ ਹੈ. ਜਿਹੜਾ ਫੈਕਟ ਐਂਡ ਫਿਗਰ ਹੈ ਉਹ ਜੱਜਮੈਂਟ ਪਾਸ ਨਹੀਂ ਕਰਦਾ. ਰਾਈਟ ਕਿ ਇੰਡੀਆ ਦੇ ਵਿੱਚ ਇਸ ਵੇਲੇ ਜਿਹੜਾ ਗਰੋਥ ਰੇਟ ਹੈ ਉਹ 3% ਜਾਂ 2% ਦੇ ਆਸ-ਪਾਸ ਜਾ ਰਿਹਾ ਹੈ. This is not a judgment, this is based on fact and figure. India ਦੇ ਵਿੱਚ ਜਿਹੜੀ BPL families ਹੈ, below poverty line families ਨੇ, ਉਹਦਾ ਨੰਬਰ it is increasing ਔਰ ਇੰਨਾ increase ਹੋ ਗਿਆ. ਜਾਂ ਲਾਸਟ ਈਅਰ ਜਿਹੜੀ 26% ਇੰਡੀਆ ਦੀ population ਸੀ that is below poverty line. ਇਹ fact and figure ਇਹਨੂੰ ਤੁਸੀਂ deny ਨਹੀਂ ਕਰ ਸਕਦੇ. GST ਦਾ tax slab is this 6%, 12%, 18%. ਇਹਦੇ ਵਿੱਚੋਂ ਇੰਨਾ ਸਟੇਟ ਦਾ ਸ਼ੇਅਰ ਹੈ, ਇੰਨਾ ਸੈਂਟਰ ਦਾ ਸ਼ੇਅਰ ਹੈ. ਇਹ ਫੈਕਟ ਐਂਡ ਫਿਗਰ ਹੈ, ਇਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ. ਇਹਦੀ ਕੋਈ ਵੈਲਿਊ ਜੱਜਮੈਂਟ ਪਾਸ ਨਹੀਂ ਹੋ ਸਕਦੀ. ਬਟ ਜਦੋਂ ਇਹਨਾਂ ਪ੍ਰੋਬਲਮਸ ਦੇ ਉੱਤੇ ਅਸੀਂ ਓਪੀਨੀਅਨਸ ਦਿੰਦੇ ਹਾਂ ਕਿ GST ਦਾ ਫਾਇਦਾ ਨਹੀਂ ਹੋਇਆ, ਨੁਕਸਾਨ ਹੋਇਆ, ਇਟਸ ਅ ਵੈਲਿਊ ਜੱਜਮੈਂਟ. ਸਮ ਵਿਲ ਸੇ ਇਟਸ ਬੈਨੀਫਿਟਡ, ਸਮ ਵਿਲ ਸੇ ਇਟ ਵਿਲ ਨਾਟ ਬੈਨੀਫਿਟਡ. ਸਮ ਵਿਲ ਸੇ ਕਿ ਜਿਹੜੇ BPL ਫੈਮਿਲੀਜ਼ ਨੇ ਉਹਨਾਂ ਨੂੰ ਪੈਸੇ ਦੇ ਦਿਓ ਤੇ ਦੇ ਵਿਲ ਅਪਲਿਫਟ. ਸਮ ਵਿਲ ਸੇ ਨੋ, ਉਹਨਾਂ ਨੂੰ ਪੈਸੇ ਜਾਂ ਸਬਸਿਡੀਜ਼ ਨਾ ਦਿਓ, ਉਹਨਾਂ ਨੂੰ ਜੌਬਸ ਪ੍ਰੋਵਾਈਡ ਕਰੋ, ਦੇ ਵਿਲ ਵਰਕ ਇਨ ਅ ਬੈਟਰ ਮੈਨਰ. ਇਹ ਵੈਲਿਊ ਜੱਜਮੈਂਟ ਹੈ. ਇਸ ਵੈਲਿਊ ਜੱਜਮੈਂਟ ਨੂੰ ਤੁਸੀਂ ਵੈਰੀਫਾਈ ਨਹੀਂ ਕਰ ਸਕਦੇ ਵਿਚ ਬਿਕਾਜ਼ ਇੱਥੇ ਕੋਈ ਫੈਕਟ ਐਂਡ ਫਿਗਰ ਨਹੀਂ ਹੈ, ਇਹ ਓਪੀਨੀਅਨਸ ਹੈ.
Opinions can be right, can be wrong. Facts cannot be right or wrong. Facts are facts which can be verified. So ਇਹਦੇ ਵਿੱਚ ਕੋਈ suggestion नहीं है, लेकिन ਇਹਦੇ ਵਿੱਚ ਕੀ है suggestion, judgment है कि ਇਹ ਚੀਜ਼ ਨੂੰ ਕਿੱਦਾਂ ਅਸੀਂ ਠੀਕ ਕਰ ਸਕਦੇ। ਜਿਵੇਂ ਕਹੀਏ ਕਿ ਇੰਡੀਆ 'ਚ ਪਾਵਰਟੀ, ਇੰਡੀਆ 'ਚ ਅਨਇੰਪਲੋਇਮੈਂਟ, ਜਾਂ ਅਸੀਂ ਇਸ ਵੇਲੇ ਕਹੀਏ ਕਿ ਕੋਵਿਡ ਕੇਸਿਸ ਇੰਨੇ ਨੇ, that is a problem is this, due to COVID-19 ਇੰਡੀਆ ਦਾ GDP ਫਾਲ ਕਰ ਗਿਆ up to this percent, this is a fact and figure ਜੋ ਸਟੇਟ ਹੋ ਰਿਹਾ। ਬਟ ਉਹਨੂੰ ਅਪਲਿਫਟ ਕਰਨ ਲਈ ਇੰਡੀਅਨ ਇਕੋਨਮੀ 'ਚ ਕੀ ਮੈਜਰਸ ਹੋ ਸਕਦੇ, ਇਕੋਨੋਮਿਸਟ ਆਰ ਗਿਵਿੰਗ ਇਨ ਅ ਡਿਫਰੈਂਟ ਵੇ। ਉਹ ਜਿਹੜੇ ਮੈਜਰਸ ਸੁਜੈਸਟ ਹੋ ਰਹੇ ਨੇ, that is known as how to control that downfall in economy, या how to stop recession in economy after COVID-19, वो सारी केदा पार्ट बनेगा normative economics का, that how economic problem should be or ought to be. So ये दो views ने economic problem ਨੂੰ देखण ਦੇ। One give you fact and figure ਜਿਹਨੂੰ ਤੁਸੀਂ verify ਕਰ ਸਕਦੇ ਹੋ, ਜਿਹੜਾ state ਕਰਦਾ ਹੈ ਕਿ economic problem ਕੀ ਹੈ ਤੇ ਕਿੱਦਾਂ solve ਹੋਈ। दूसरा नॉर्मेटिव जो सजेशंस देना है, मेजर सजेस्ट करता है कि व्हाट द इकोनॉमिक प्रॉब्लम शुड बी, हाउ इट शुड बी सॉल्व एंड हाउ इट ऑट टू बी, दैट व्हाट स्टेट इज नॉर्मेटिव इकोनॉमिक्स। लेकिन ये दोनों चीज़ां इंप्लीमेंट कितने होंदियां ने इकोनॉमी दे विच, कितने इंप्लीमेंट होंदियां ने इकोनॉमी च। इकोनॉमी दा मीनिंग मैं तुहानूं अगे भी दस्सिया सी, इकोनॉमी इज एन एरिया और जोग्राफिकल वो जिथे तुसी अपनी अर्निंग या लिविंग अर्न करते हो, अपना रोजगार कमाते हो। वैसे तो जी प्रैक्टिकली देखा जाए तो एवरी इकोनॉमी इज़ डिफरेंट फ्रॉम अदर। असी नहीं कह सकते कि हर इकोनॉमी सेम है, एवरी इकोनॉमी इज़ डिफरेंट फ्रॉम अदर, बट फॉर आर थ्योरेटिकल पर्पस असी इकोनॉमीज़ ਨੂੰ कुछ बेसिक टाइप्स ਦੇ ਵਿੱਚ डिवाइड करिए। वन इकोनॉमी इज़ नोन एज सेंट्रली प्लान्ड इकोनॉमी और सोशलिस्टिक पैटर्न ऑफ इकोनॉमी। वो इकोनॉमी जिहड़ी फिक्सड है, जिहदे विच सारे इकोनॉमिक डिसीजनस इन द सेंस कि जिहड़ियां इकोनॉमिक प्रॉब्लम्स ने, फैक्टर्स ऑफ प्रोडक्शन ने, टेक्नीक्स ने फैक्टर्स ऑफ प्रोडक्शन दियां इकोनॉमी नूं चलाना है, वो सारे जिहड़े इकोनॉमिक डिसीजनस ने वो एक सेंट्रल अथॉरिटी या गवर्नमेंट लैंदी। That is known as centrally planned economy, that all economic decisions or the solutions to economic problem are taken by and the market का कोई रोल नहीं है, गवर्नमेंट का डिसीजन है की बनाना है, किस तरह बनेगा, ते जेडे जेडे फैक्टर्स ऑफ प्रोडक्शन काम कर रहे हैं उन्होंने प्राइसेस, प्राइस मैकेनिज्म, वो सारा कुछ द डिसीजन कौन लेता है, एक सेंट्रली प्लान्ड अथॉरिटी, एक या गवर्नमेंट। असी कह सकते हैं कि एट प्रेजेंट चाइना इज़ दैट पार्ट ऑफ गवर्नमेंट। चाइना की जी इकोनॉमी है वो कुछ सेंट्रली प्लान या सोशलिस्ट इकोनॉमी है। नो डाउट एज सच सोशलिस्टिक पैटर्न एग्जिस्ट नहीं करता, बट रशिया वॉज बेस्ड ऑन दिस सोशलिस्टिक पैटर्न कि जिथे सारे इकोनॉमिक डिसीजनस जिहड़े है वो गवर्नमेंट या एक सेंट्रली प्लान अथॉरिटी लैंदी है। चाइना कैन बी दैट बिकॉज चाइना वन पार्टी गवर्नमेंट, ओनली वन पार्टी इज देयर, वही गवर्नमेंट बनाती है। सो वो सारे इकोनॉमिक डिसीजनस ਉਹਦੇ ਥਰੂ ਲਏ ਜਾਂਦੇ। ਇਹਦੇ ਆਪੋਜ਼ਿਟ फ्री इकोनॉमी एक कंट्रोल्ड है, फुली कंट्रोल्ड है। ये फुली कंट्रोल्ड है, वेलफेयर बेस्ड है, प्रॉफिट बेस्ड आप नहीं कह सकते इनू। ये फुली बेस्ड जी लोगों के वेलफेयर सोच के डिसीजनस लैंदी है, ठीक है। दूसरे पासे ये ऑपोजिट है मार्केट इकोनॉमी और फ्री इकोनॉमी या कैपिटलिस्टिक इकोनॉमी भी कहा जाता है, जिथे सारे डिसीजन इकोनॉमिक डिसीजन प्रॉफिट बेस्ड ने, गवर्नमेंट का कोई रोल नहीं है, तो जिन्ने फैक्टर्स ऑफ प्रोडक्शन है वो प्रोड्यूसर्स अपने अकॉर्डिंगली अपनी चीज़ों की डिमांड देख के फिर चीज़ों की सप्लाई करता है, जिहदे दो मार्केट फोर्सिस डिमांड एंड सप्लाई। डिमांड इज़ फ्रॉम कंज्यूमर, सप्लाई इज़ फ्रॉम प्रोड्यूसर। प्रोड्यूसर वही चीज़ बना के सप्लाई करेगा जिहदी मार्केट डिमांड होगी। सो इत्थे फ्री प्ले ऑफ मार्केट फोर्सिस है। मार्केट फोर्सिस ने दो डिमांड एंड सप्लाई, क्योंकि मार्केट दो ही जाने, एक बेचने वाला एक खरीदण वाला। जिथे इन्हां दोनों की इंट्रैक्शन है, जो चाहते हैं वही चीज़ मार्केट विकदी या बेची जाती।
ਅਸੀਂ ਕਹਿ ਸਕਦੇ ਹਾਂ ਕਿ USA ਜਾਂ ਯੂਰਪੀਅਨ ਕੰਟਰੀਜ਼ ਜਿੰਨੀਆਂ ਨੇ they all based on this mechanism, that is price mechanism ਜਾਂ ਜਿਹੜਾ ਮਾਰਕੀਟ ਦੇ ਬੇਸਡ ਹੈ and they are the capitalist economy ਔਰ ਇਹ ਜ਼ਿਆਦਾ profit based ਹੈ, welfare based ਘੱਟ ਹੈ। no doubt theoretically ਇਹਦੇ ਵਿੱਚ ਗਵਰਨਮੈਂਟ ਦਾ ਕੋਈ ਇੰਟਰਵੈਂਸ਼ਨ ਨਹੀਂ ਹੁੰਦਾ, but still that intervention is there in those countries also। ਇੱਕ ਇਕੋਨਮੀ ਹੈ ਇਹਨਾਂ ਦੋਨਾਂ ਦਾ ਮਿਕਸਚਰ ਜਿਹਦੇ ਵਿੱਚ ਅਸੀਂ ਸਟੈਂਡ ਕਰਦੇ ਕਿਉਂਕਿ ਸੈਂਟਰਲੀ ਪਲਾਨਡ ਇਕੋਨਮੀ ਚੱਲਦੀ ਹੈ ਵੈਲਫੇਅਰ ਬੇਸਿਸ ਤੇ ਜਿਹੜੀ ਮਾਰਕੀਟ ਇਕੋਨਮੀ ਹੈ ਉਹ ਚੱਲਦੀ ਹੈ ਪ੍ਰੋਫਿਟ ਬੇਸ ਤੇ। ਲੇਕਿਨ ਸਾਡੀ ਇਕੋਨਮੀ 'ਚ ਉਹ ਦੋਨੋਂ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ। ਗਵਰਨਮੈਂਟ ਸੈਕਟਰ ਜਿਹੜਾ ਜਿਹਨੂੰ ਅਸੀਂ ਪਬਲਿਕ ਸੈਕਟਰ ਕਹਿੰਦੇ ਹਾਂ ਉਹ ਵੈਲਫੇਅਰ ਬੇਸਡ, ਲੇਕਿਨ ਪ੍ਰਾਈਵੇਟ ਸੈਕਟਰ ਜਿਹੜਾ ਉਹ ਪ੍ਰੋਫਿਟ ਬੇਸਡ ਹੈ। ਇੱਥੇ ਸਿਰਫ ਪਬਲਿਕ ਸੈਕਟਰ ਹੈ ਸਰਕਾਰ ਦਾ ਰੋਲ, ਇੱਥੇ ਸਿਰਫ ਪ੍ਰਾਈਵੇਟ ਸੈਕਟਰ ਦਾ ਰੋਲ ਹੈ ਕਿਉਂਕਿ ਪ੍ਰੋਫਿਟ ਬੇਸ ਨੇ। ਲੇਕਿਨ ਸਾਡੀ ਇਕੋਨਮੀ 'ਚ ਇਹ ਦੋਨੋਂ ਸੈਕਟਰ ਸਾਈਡ ਬਾਈ ਸਾਈਡ ਐਗਜ਼ਿਸਟ ਕਰਦੇ ਨੇ ਟੂ ਹੈਵ ਬੋਥ ਦਾ ਆਸਪੈਕਟ ਸੋਸ਼ਲ ਵੈਲਫੇਅਰ ਐਜ਼ ਵੈਲ ਐਜ਼ ਦਾ ਪ੍ਰੋਫਿਟ। ਸੋ ਪ੍ਰੋਡਿਊਸਰਸ ਨੂੰ ਪ੍ਰੋਫਿਟ ਹੈ, ਇਨ ਕੇਸ ਆਫ ਕੰਜ਼ਿਊਮਰ ਡਿਊਰੇਬਲ ਗੁਡਸ ਉਹ ਲੋਕ ਬਣਾ ਸਕਦੇ ਨੇ ਚੀਜ਼ਾਂ ਪ੍ਰੋਫਿਟ ਅਰਨ ਕਰ ਲਈ। ਲੇਕਿਨ ਜਿਹੜੀਆਂ ਚੀਜ਼ਾਂ ਹਰ ਕਿਸੇ ਨੂੰ ਚਾਹੀਦੀਆਂ ਨੇ ਵੈਲਫੇਅਰ ਵਾਸਤੇ, ਜਿਸ ਤਰ੍ਹਾਂ LPG ਸਿਲੰਡਰਸ ਹੈ ਸਬਸਿਡਾਈਜ਼ਡ ਰੇਟ ਤੇ, ਦੈਨ ਰੇਲਵੇ ਹੈ ਚੀਪ ਚਾਹੀਦੀ ਹੈ, ਇੰਡਸਟਰੀ ਨੂੰ ਵੀ ਲੋਕਾਂ ਨੂੰ ਵੀ, ਸੋ ਦੈਟ ਇਜ਼ ਇਨ ਦਾ ਹੈਂਡਸ ਆਫ ਦਾ ਗਵਰਨਮੈਂਟ। ਸੋ ਦਿਸ ਇਜ਼ ਦ 3 ਟਾਈਪਸ ਆਫ ਬੇਸਿਕ ਇਕੋਨਮੀਜ਼ ਜਿਹੜੀਆਂ ਅਸੀਂ ਸਟੱਡੀ ਕਰਾਂਗੇ। ਲੇਕਿਨ ਜਿਹੜੀ ਮਾਈਕਰੋ ਇਕਨੋਮਿਕਸ ਹੈ ਉਹਦੇ ਵਿੱਚ ਜਿੰਨੀ ਮਾਰਕੀਟ ਬਾਰੇ ਗੱਲ ਹੁੰਦੀ ਹੈ ਉਸ ਮਾਰਕੀਟ ਦੀ ਗੱਲ ਇਸੇ ਮਾਰਕੀਟ ਦੇ ਅਕੋਰਡਿੰਗਲੀ। ਮਾਈਕਰੋ ਇਕਨੋਮਿਕਸ ਸਟੱਡੀਜ਼ ਇੰਡੀਵਿਜੂਅਲ ਮਾਰਕੀਟ ਔਰ ਦ ਪ੍ਰਾਈਸ ਡਿਟਰਮੀਨੇਸ਼ਨ ਅੰਡਰ ਵਨ ਮਾਰਕੀਟ। ਉਹ ਮਾਈਕਰੋ ਦੇ ਵਿੱਚ ਜਿੱਥੇ ਡਿਮਾਂਡ ਤੇ ਸਪਲਾਈ ਦੀ ਗੱਲ ਹੋਏਗੀ, ਕੰਜ਼ਿਊਮਰ ਦੀ ਡਿਮਾਂਡ ਤੇ ਪ੍ਰੋਡਿਊਸਰ ਦੀ ਸਪਲਾਈ, that will be studied under this free market or capitalistic market forces ਉਹਦੇ ਅੰਡਰ ਇਹ ਸਟੱਡੀ ਹੋਏਗੀ। ਸੋ ਹੋਪ ਤੁਹਾਨੂੰ ਇਹ ਟੌਪਿਕ ਇੱਥੇ ਤੱਕ ਕਲੀਅਰ ਹੋ ਗਿਆ ਹੋਵੇ।